में। ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ ਬਿੱਲਾਂ ਦੇ ਖਿਲਾਫ ਕਿਸਾਨ ਧਰਨੇ ਤੇ ਨੇ ਔਰ ਕਿਸਾਨਾਂ ਨੂੰ ਸਾਥ ਦੇ ਰਹੇ ਨੇ ਕਈ ਸਾਰੇ ਅਦਾਕਾਰ ਗਾਇਕ ਔਰ ਲਗਾਤਾਰ ਇਹ ਕਹਿ ਰਹੇ ਨੇ ਕਿ ਧਰਨਾ ਇਸੇ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਜਾਰੀ ਰਹੇਗਾ। ਇੰਡਸਟਰੀ ਦੇ ਬਾਬਾ ਬੋਰਡ ਯੋਗਰਾਜ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਧਰਨੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਨੇ ਔਰ ਨਾਲ ਹੀ ਨਾਲ ਕਿਉਂਕਿ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨਾਂ ਦੇ ਲਈ ਬਿੱਲ ਆਏ ਨੇ, ਆਮਦਨ ਦੁੱਗਣੀ ਕੀਤੀ ਜਾਏਗੀ ਔਰ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਯੋਗਰਾਜ ਜੀ ਬਹੁਤ-ਬਹੁਤ ਨਿਊਜ਼ 18 ਤੇ ਤੁਹਾਡਾ ਸਵਾਗਤ ਹੈ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ। ਹਾਂਜੀ ਯੋਗਰਾਜ ਜੀ, ਤੁਸੀਂ ਸਾਰੀ ਜ਼ਿੰਦਗੀ ਆਪਣੀ ਇੰਡਸਟਰੀ ਦੇ ਵਿੱਚ ਰਹੇ ਹੋ, ਲਗਾਤਾਰ ਤੁਸੀਂ ਕਿਉਂਕਿ ਜ਼ਿਮੀਂਦਾਰ ਵੀ ਹੋ, ਕਦੀ ਦੇਖਿਆ ਕਿ ਇਸ ਤਰੀਕੇ ਦੇ ਨਾਲ ਧਰਨਿਆਂ ਦੇ ਵਿੱਚ ਅਦਾਕਾਰ, ਕਲਾਕਾਰ, ਗਾਇਕ ਵੀ ਸ਼ਾਮਲ ਹੋਏ ਹੋਣ ਔਰ ਕੱਲ ਦੇ ਜਿਹੜੇ ਧਰਨੇ ਹੋਏ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੇਖਦੇ ਹੋ? ਮੈਨੂੰ ਇੱਕ ਚੀਜ਼ ਦਾ ਬੜਾ ਦੁੱਖ ਹੋਇਆ ਸੀਗਾ। ਅੱਜ ਤੋਂ ਕੋਈ 30-40 ਸਾਲ ਪਹਿਲਾਂ ਜਦ ਸਾਡੇ ਕੋਲ ਬਹੁਤ ਸਾਰੀ ਜ਼ਮੀਨ ਸੀ, ਯੂਪੀ 'ਚ 2300 ਕਿੱਲਾ ਜ਼ਮੀਨ ਸੀ, ਇੱਧਰ ਪੰਜਾਬ 'ਚ ਵਾਹਵਾ ਸਾਡੇ ਕੋਲ 200-250 ਕਿੱਲਾ ਜ਼ਮੀਨ ਸੀ। ਉਦੋਂ ਜੱਟਾਂ ਕੋਲ, ਸਰਦਾਰਾਂ ਕੋਲ ਜ਼ਮੀਨਾਂ ਇੰਨੀਆਂ ਹੁੰਦੀਆਂ ਸੀ ਅਤੇ ਉਦੋਂ ਬਿੱਲ ਆਇਆ ਸੀ, ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਸੀ, ਬਈ ਜੀ ਬਿੱਲ ਆਇਆ ਵੀ ਹਰ ਜੱਟ ਕੋਲ ਜਿਹੜੀ ਹੈ 18 ਕਿੱਲੇ ਜ਼ਮੀਨ ਰਹਿ ਜੂਗੀ ਹੁਣ ਜ਼ਿਮੀਂਦਾਰ ਕੋਲ। ਜੱਟ ਮੀਨਸ ਜ਼ਿਮੀਂਦਾਰ, ਡੋਂਟ ਟੇਕ ਮੀ ਅਦਰਵਾਈਜ਼। ਅਤੇ ਉਦੋਂ ਮੈਨੂੰ ਬੜਾ ਦੁੱਖ ਹੋਇਆ ਅਤੇ ਮੈਂ ਪਿਤਾ ਜੀ ਨੂੰ ਪੁੱਛਿਆ, ਮੈਂ ਕਿਹਾ ਜੀ ਆਹ ਤਾਂ ਨਿਰਾ ਧੱਕਾ ਹੈ। ਮਤਲਬ ਅਸੀਂ ਜ਼ਮੀਨਾਂ ਵਾਹੁੰਦੇ ਮਰ ਗਏ, ਪਸੀਨਾ ਚੋਂਦੇ ਮਰ ਗਏ, ਸਾਡੇ ਵੱਡ ਵਡੇਰੇ ਮਰ ਗਏ ਅਤੇ ਇਹਨੇ ਚੱਕ ਕੇ ਸੀਲਿੰਗ ਲਾਤੀ। ਅਤੇ ਉਹ ਮੈਨੂੰ ਫਾਦਰ ਮੇਰੇ ਨੇ ਕਿਹਾ, ਬੇਟਾ ਮੈਨੂੰ ਦੁੱਖ ਨਾਲੇ ਕਹਿਣਾ ਪੈਂਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਨਾਲੋਂ ਤਾਂ ਅੰਗਰੇਜ਼ਾਂ ਦੀ ਗੁਲਾਮੀ ਚੰਗੀ ਸੀ। ਉਹ ਇਹੋ ਜਿਹਾ ਧੱਕਾ ਨਹੀਂ ਸੀ ਕਰਦੇ, ਟੈਕਸ ਟੁਕਸ ਲਾ ਦਿੰਦੇ ਸੀ ਫਸਲਾਂ 'ਤੇ। ਮੈਂ ਸੋਚਦਾ ਸੀ ਵੀ ਜਿਹੜਾ ਜੱਟ, ਆਪਾਂ ਸਾਰੇ ਜੱਟ ਹੀ ਹਾਂ ਬੇਸਿਕਲੀ, ਤੁਹਾਡੇ ਵੱਡ ਵਡੇਰੇ ਵੀ ਖੇਤੀ ਕਰਦੇ ਰਹੇ ਆ ਸਾਰਿਆਂ ਦੇ, ਇਹ ਹੋਰ ਗੱਲਾਂ ਵੀ ਆਪਾਂ ਮਾਡਰਨਾਈਜ਼ ਹੋ ਗਏ। ਇਹ ਆ ਧਰਤੀ ਹੈ, ਆ ਧਰਤੀ ਹੈ ਨਾ, ਇਹ ਜ਼ਮੀਨ ਹੈ, ਇਹਦੇ ਵਿੱਚ ਆਪਾਂ ਕਣਕ ਬੀਜਦੇ ਹਾਂ, ਝੋਨਾ ਬੀਜਦੇ ਹਾਂ, ਸਬਜ਼ੀਆਂ ਬੀਜਦੇ ਹਾਂ। ਕਿੰਨੀ ਮਿਹਨਤ ਲੱਗਦੀ ਹੈ। ਜਿਸ ਬੰਦੇ ਨੇ ਖੇਤੀ ਨਹੀਂ ਕੀਤੀ ਨਾ, ਇੱਕ ਵਾਰੀ ਹਲ ਚਲਾ ਕੇ ਦੇਖੇ, ਬਲਦਾਂ ਨਾਲ ਟਰੈਕਟਰ ਤੇ ਚੜ ਕੇ ਮੈਨੂੰ 2 ਕਿੱਲੇ ਵਾਹ ਕੇ ਦੇਖੇ। ਮੈਂ ਨਾ ਰਹਿਨਮਾਨਾਂ ਨੂੰ ਪੁੱਛਦਾ, ਤੁਸੀਂ ਖੇਤੀਆਂ ਕੀਤੀਆਂ ਨਹੀਂ, ਤੁਹਾਨੂੰ ਪਤਾ ਨਹੀਂ ਜ਼ਿਮੀਂਦਾਰ ਹੁੰਦਾ ਕੀ ਹੈ। ਇਸ ਧਰਤੀ ਤੋਂ ਅਨਾਜ ਉੱਗਦਾ ਹੈ, ਤੁਹਾਡੇ ਢਿੱਡ 'ਚ ਜਾਂਦਾ ਹੈ, ਦੇਸ਼ ਦੇ ਢਿੱਡ 'ਚ ਜਾਂਦਾ ਹੈ, ਦੁਨੀਆ ਨੂੰ ਕਿਸੇ ਟਾਈਮ ਆਪਾਂ ਸਪਲਾਈ ਕਰਦੇ ਸੀ। ਐਮ ਆਈ ਰਾਈਟ ਔਰ ਰੋਂਗ? ਅੱਜ ਹਿੰਦੁਸਤਾਨ ਆਪਾਂ ਗਿਰਵੀ ਰੱਖਦੇ ਚੀਜ਼ਾਂ ਆਪਣੀਆਂ ਬਾਹਰਲੇ ਮੁਲਕਾਂ ਤੋਂ ਪੈਸੇ ਲੈ ਲੈ ਕੇ। ਹਿੰਦੁਸਤਾਨ ਮੇਰਾ ਖਿਆਲ ਓਨਾ ਹੀ ਕਰਜ਼ਈ ਹੋ ਗਿਆ ਜਿੰਨਾ ਪਾਕਿਸਤਾਨ ਕਰਜ਼ਈ ਹੈ ਅੱਜ ਦੀ ਡੇਟ ਨਾਲ। ਇਹ ਕਿਉਂ ਹੋਇਆ? ਕਿਉਂਕਿ ਤੁਸੀਂ ਜ਼ਿਮੀਂਦਾਰਾਂ ਨਾਲ ਧੱਕਾ ਕੀਤਾ ਹੈ। ਯਾਦ ਰੱਖਣਾ, ਮੈਂ ਤੁਹਾਨੂੰ ਲਿਖ ਕੇ ਦੇ ਦੇਣਾ, ਇਹ ਫਕੀਰ ਦੀ ਬੁਲੰਦ ਆਵਾਜ਼, ਮੈਂ ਰੱਬ ਦੀ ਆਵਾਜ਼ ਹੈ, ਮੇਰੇ ਗੁਰੂ ਘਰ ਦੀ ਆਵਾਜ਼ ਹੈ, ਬਾਬਾ ਦੀਪ ਸਿੰਘ ਜੀ ਦੀ ਆਵਾਜ਼ ਹੈ, ਸ਼ਹੀਦਾਂ ਦੀ ਆਵਾਜ਼ ਹੈ, ਪੀਰਾਂ ਪੈਗੰਬਰਾਂ ਦੀ ਆਵਾਜ਼ ਹੈ। ਜਿਸ ਆਦਮੀ ਨੇ ਇਸ ਧਰਤੀ ਨਾਲ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਸ ਧਰਤੀ ਨਾਲ, ਇਸ ਧਰਤੀ ਦੇ ਜਿਹੜੇ ਹਲ ਚਲਾਉਣ ਵਾਲੇ ਲੋਕ, ਬੀਜਣ ਵਾਲੇ ਲੋਕ, ਖੁਰਾਕ ਦੇਣ ਵਾਲੇ ਲੋਕਾਂ ਨਾਲ ਧੱਕਾ ਕੀਤਾ, ਇਸ ਧਰਤੀ ਨਾਲ ਧੱਕਾ ਕੀਤਾ, ਉਹਨਾਂ ਦੇ ਵੰਸ਼ ਖਤਮ ਹੋ ਗਏ। ਇਹ ਹਿਸਟਰੀ ਹੈ। ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਧੱਕਾ ਕਰ ਰਹੀ? ਕਿਉਂਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਹੋਰੀ ਕਹਿ ਰਹੇ ਕਿ MSP ਨਹੀਂ ਖਤਮ ਕੀਤੀ ਜਾਏਗੀ, ਮੰਡੀਆਂ ਨਹੀਂ ਖਤਮ ਕੀਤੀਆਂ ਜਾਣਗੀਆਂ, ਸਿਆਸੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ, ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਇਹ ਫੈਸਲੇ ਲਿੱਤੇ ਨੇ। ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਇਸ ਐਕਟ ਬਾਰੇ, ਤੁਸੀਂ ਇਸ ਆਰਡੀਨੈਂਸ ਬਾਰੇ ਕਿਵੇਂ? ਯਾਰ ਇਹ ਤਾਂ ਕੋਈ ਲੌਜਿਕ ਨਹੀਂ ਨਾ ਹੈ। ਤੁਸੀਂ ਸਪੋਜ਼ ਮੇਰੀ 50 ਕਿੱਲੇ ਜ਼ਮੀਨ ਹੈ, ਚਲੋ ਮੇਰੀ 20 ਕਿੱਲੇ ਜ਼ਮੀਨ ਹੈ, ਪ੍ਰਾਈਵੇਟਾਈਜ਼ ਕਰਤੀ, ਤੁਸੀਂ ਪ੍ਰਾਈਵੇਟ ਕੰਪਨੀ ਨੇ ਲੈ ਲਈ, ਪ੍ਰਾਈਵੇਟ ਕੰਪਨੀ ਨੇ ਆਪਣੇ ਹਿਸਾਬ ਨਾਲ ਹੀ ਪੈਸਾ ਦੇਣਾ, ਠੀਕ ਹੈ। ਕੱਲ ਨੂੰ ਪ੍ਰਾਈਵੇਟ ਕੰਪਨੀ ਨੇ ਉਸ ਜ਼ਮੀਨ ਉੱਤੇ ਬੈਂਕ ਤੋਂ ਲੋਨ ਲੈ ਲਿਆ, ਲੋਨ ਨਾ ਉਤਰਿਆ ਤੇ ਉਹ ਕੰਪਨੀ ਛੱਡ ਕੇ ਚਲੀ ਗਈ, ਤੇ ਮਰ ਕੌਣ ਗਿਆ? ਜ਼ਿਮੀਂਦਾਰ। ਕੱਲ ਨੂੰ ਫਸਲ ਜ਼ਿਮੀਂਦਾਰ ਦੇ ਰੇਟ ਦੇ ਹਿਸਾਬ ਨਾਲ ਨਾ ਚੱਕੀ ਗਈ, ਕੌਣ ਮਰ ਗਿਆ? ਜ਼ਿਮੀਂਦਾਰ ਮਰ ਗਿਆ। ਕੱਲ ਨੂੰ ਤੁਸੀਂ ਆਪਣੇ ਜ਼ਿਮੀਂਦਾਰ ਨੂੰ ਇੰਸ਼ੋਰੈਂਸ ਨਾ ਦੇ ਸਕੇ ਕਿ ਜੇ ਇਹ ਬੱਦਲ ਆਉਣਗੇ, ਮੌਸਮ ਦੇ ਹਿਸਾਬ ਨਾਲ ਤੇਰੀ ਫਸਲ ਖਰਾਬ ਹੋ ਜੂਗੀ, ਅਸੀਂ ਫਿਰ ਵੀ ਤੈਨੂੰ ਉਹੀ ਪੈਸਾ ਦੇਵਾਂਗੇ ਜੋ ਤੇਰਾ ਮੁਆਵਜ਼ਾ ਬਣਦਾ। ਕੌਣ ਮਰ ਗਿਆ? ਜ਼ਿਮੀਂਦਾਰ ਮਰ ਗਿਆ। ਯਾਰ ਅੰਗਰੇਜ਼ਾਂ ਵਾਲਾ ਕੰਮ ਨਾ ਕਰੋ ਯਾਰ। ਉਹਨਾਂ ਨੇ ਬਥੇਰੇ ਟੈਕਸ ਲਾਏ, ਬਥੇਰੇ ਜ਼ਿਮੀਂਦਾਰ ਨੂੰ ਰੋਲਿਆ, ਬਹੁਤ ਹਿੰਦੁਸਤਾਨ ਨੂੰ ਰੋਲਿਆ। ਤੁਸੀਂ ਆਪਣੇ ਰਹਿਨੁਮਾ ਬਣ ਕੇ ਆਪਦੇ ਜ਼ਿਮੀਂਦਾਰਾਂ ਨੂੰ ਰੋਲਣਾ ਚਾਹੁੰਦੇ? ਇਹ ਤਾਂ ਪਾਪ ਹੈ, ਗੁਨਾਹ ਹੈ। ਲੇਕਿਨ ਸਰਕਾਰ ਕਹਿ ਰਹੀ ਕਿ ਅਸੀਂ ਟੇਬਲ ਤੇ ਗੱਲਬਾਤ ਕਰਨ ਲਈ ਤਿਆਰ ਹਾਂ। ਟੇਬਲ ਤੇ ਆ ਕੇ ਗੱਲਬਾਤ ਕਰੋ। ਤੁਹਾਨੂੰ ਲੱਗਦਾ ਹੈ ਕੋਈ ਵੀ ਸਿਆਸੀ ਪਾਰਟੀ ਸਾਰੀਆਂ ਇਕੱਠੀਆਂ ਹੋ ਕੇ ਕਿਸਾਨਾਂ ਦੇ ਨਾਲ ਜਾਣਗੀਆਂ ਜਾਂ ਕਿਵੇਂ ਤੁਸੀਂ ਦੇਖਦੇ ਹੋ? ਜੀ ਸਿਆਸੀ ਪਾਰਟੀਆਂ ਨੂੰ ਉਹਨਾਂ ਨੇ ਗੱਲ ਕਹੀ, ਮੈਂ ਵੀ ਸੁਣੀ, ਮੈਂ ਬਹੁਤ ਐਪਰੀਸ਼ੀਏਟ ਕਰਦਾ ਕਿ ਮੋਦੀ ਸਰ ਨੇ ਗੱਲ ਕਹੀ, ਮੋਦੀ ਸਰਕਾਰ ਨੇ ਗੱਲ ਕਹੀ। ਇੱਕ ਬੰਦੇ ਨੂੰ ਨਿਆਮਦਾ ਆਪਣਾ ਨੁਮਾਇੰਦਾ ਚੁਣੋ। ਤੁਸੀਂ ਇਹਨਾਂ ਨੂੰ ਛੱਡੋ ਲੀਡਰਾਂ ਨੂੰ, ਲੀਡਰਾਂ ਤੋਂ ਕੀ ਲੈਣਾ?
ਮੈਂ ਸਾਰੇ ਭਰਾਵਾਂ ਨੂੰ ਕਹਿਣਾ ਜ਼ਿਮੀਂਦਾਰਾਂ ਨੂੰ, ਇੱਕ ਲੀਡਰ ਚੁਣੋ ਆਪਣਾ ਜਿਹਦੇ ਤੇ ਤੁਹਾਨੂੰ ਰੱਬ ਵਰਗਾ ਵਿਸ਼ਵਾਸ ਹੋਵੇ। ਉਹਨੂੰ ਕਹੋ ਜਾ ਕੇ ਪ੍ਰਾਈਮ ਮਿਨਿਸਟਰ ਜੀ ਨਾਲ ਜੋ ਗੱਲ ਕਰਕੇ ਜੋ ਤੂੰ ਗੱਲ ਕਰੇਗਾ ਅਸੀਂ ਫੁੱਲ ਚੜਾਵਾਂਗੇ। ਮੇਰੇ ਵਰਗਾ ਜੱਟ ਜਾਵੇ ਨਾ ਤੇ ਮੈਂ ਗੱਲ ਕਰਾਂ ਤਾਂ ਫਿਰ ਮੈਂ ਗੱਲ ਕਿਸੇ ਕ੍ਰਾਸਿੰਗ ਟੇਬਲ ਤੇ ਕਰੂੰਗਾ, ਜਾਂ ਤਾਂ ਮੈਨੂੰ ਫੜ ਕੇ ਮਾਰ ਦੇਣਗੇ, ਕਿਉਂਕਿ ਇਹ ਤਾਂ ਉਹ ਗੱਲ ਹੋ ਗਈ ਨਾ ਹੁਣ ਵੀ ਗੁਰੂ ਤੇਗ ਬਹਾਦਰ ਜੀ ਗਏ, ਔਰੰਗਜ਼ੇਬ ਨੇ ਸਵਾਲ ਪੁੱਛੇ, ਉਹਨੇ ਜਵਾਬ ਦਿੱਤਾ ਤੇ ਮੁੜ ਕੇ ਜਦ ਨਾ ਜਵਾਬ ਆਇਆ ਤਾਂ ਉਹਨੇ ਕਿਹਾ ਮੈਂ ਤੇਰਾ ਸਿਰ ਲਾ ਦੂੰਗਾ, ਕਹਿੰਦੇ ਮੈਂ ਸਿਰ ਲਵਾਉਣ ਹੀ ਆਇਆ ਸੀ। ਸੋ ਕੋਈ ਐਸਾ ਬੰਦਾ ਹੋਣਾ ਚਾਹੀਦਾ। ਸਿਆਸੀ ਪਾਰਟੀ ਵਾਲੇ ਤਾਂ ਉੱਥੇ ਕੁਝ ਕਹਿਣਾ ਇੱਥੇ ਕੁਝ ਕਹਿਣਾ। ਤੁਸੀਂ ਇੱਕ ਲਗਾਤਾਰ ਕਹਿ ਰਹੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਜਾਣਾ ਚਾਹੀਦਾ, ਨਵਜੋਤ ਸਿੰਘ ਸਿੱਧੂ ਨੂੰ ਸਾਰੇ ਆਪਣਾ ਲੀਡਰ ਮੰਨਣ, ਔਰ ਤੁਹਾਨੂੰ ਕਿਉਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਅਜਿਹਾ ਸ਼ਖਸ ਹੈ ਜਿਸ ਨੂੰ ਕਿਸਾਨ ਵੀ ਮੰਨ ਸਕਦੇ ਔਰ ਬਾਕੀ ਪਾਰਟੀਆਂ ਵੀ ਮੰਨ ਸਕਦੀਆਂ? ਇਹ 5 ਸਾਲ ਦਾ ਹੁੰਦਾ ਸੀ। ਸਰਦਾਰ ਭਗਵੰਤ ਸਿੰਘ ਸਿੱਧੂ ਮੇਰੇ ਪਿਤਾ ਸਮਾਨ, ਮਤਲਬ ਮੇਰੇ ਵੱਡ ਵਡੇਰੇ, ਮੈਂ ਬੜੀ ਇੱਜ਼ਤ ਕਰਦਾ ਉਹਨਾਂ ਦੀ, ਕਿਉਂਕਿ ਬੜਾ ਅਪਰਾਈਟ ਆਦਮੀ ਸੀ। ਅਸੀਂ ਪਟਿਆਲੇ ਜਾ ਕੇ ਰਹਿੰਦੇ ਸੀ, ਕਾਕਾ ਜੀ ਨੂੰ ਕ੍ਰਿਕਟ ਖਿਡਾਉਂਦੇ ਸੀ, ਇਹਨਾਂ ਦੇ ਘਰ ਰਹਿੰਦੇ ਸੀ, ਮੇਰੇ ਨਾਲ ਬਹੁਤ ਪਿਆਰ ਸੀ। ਫਿਰ ਭਗਵੰਤ ਸਿੰਘ ਸਿੱਧੂ ਹੋਣਾ ਦੀ ਡੈਥ ਹੋ ਗਈ, ਨਵਜੋਤ ਸਿੰਘ ਸਿੱਧੂ ਹੋਣਾ ਤੇ ਕੇਸ ਹੋਇਆ, ਘਲੌੜੀ ਵਾਲਾ ਕੇਸ। ਇਹ ਤਾਂ ਬਣੀ ਹੋਣੀ ਪਰਿਵਾਰ ਮੇਰੇ ਕੋਲ ਰਹੇ ਆ, ਮੈਂ ਕਿਹਾ ਤੱਤੀ ਹਵਾ ਨਹੀਂ ਲੱਗਣ ਦਿੰਦਾ, ਠੀਕ ਹੈ, ਕੇਸ ਆਪਣੀ ਜਗ੍ਹਾ। ਉਸ ਤੋਂ ਬਾਅਦ ਵਿਆਹ ਹੋਇਆ, ਮੈਂ ਪਿਓ ਬਣ ਕੇ ਖੜਾ, ਮੇਰਾ ਫਰਜ਼ ਬਣਦਾ, ਮੇਰਾ ਪੁੱਤਰ ਹੈ, ਮੈਂ ਇਸ ਘਰ ਦਾ ਨੂਣ ਖਾਧਾ, ਮੈਂ ਇਹਨੂੰ ਰਗ ਰਗ ਤੋਂ ਜਾਣਦਾ। ਇਹ ਦਿਲ ਦਾ ਹੀਰਾ ਆਦਮੀ ਹੈ। ਦੇਖੋ ਮੈਨੂੰ ਹੁਣ ਤੱਕ ਉਹੀ ਛਵੀ ਹੈ, ਬਾਕੀ ਰੱਬ ਜਾਣਦਾ, ਤੁਸੀਂ ਸਾਰੇ ਜਾਣਦੇ ਹੋ ਭਾਈ ਕੀ ਹੈ ਕੀ ਨਹੀਂ, ਕੀ ਅਸਲ ਹੈ। ਹਾਲਾਂਕਿ ਮੇਰੀ ਕਈ ਸਾਲਾਂ ਤੋਂ ਕੋਈ ਗੱਲ ਨਹੀਂ ਹੋਈ ਤੇ ਮੈਨੂੰ ਵੀ ਜੋ ਨਾ ਬੁਲਾਵੇ ਨਾ ਮੈਂ ਪ੍ਰਭਾਵ ਨਹੀਂ ਕਰਦਾ। ਮੈਂ ਤਾਂ ਜੇ ਮੈਨੂੰ 10 ਵਾਰੀ ਕੋਈ ਬੁਲਾਏ ਤਾਂ ਮੈਂ ਬੋਲਦਾ। ਮੇਰੀ ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋ, ਪਰ ਮੈਂ ਸਮਝਦਾ, ਮੇਰਾ ਦਿਲ ਕਹਿੰਦਾ ਹੈ ਕਿ ਇੱਕ ਐਸਾ ਇਨਸਾਨ ਹੈ ਜਿਹਨੂੰ ਆਪਾਂ ਜੇ ਆਪਣਾ ਆਗੂ ਬਣਾ ਕੇ ਭੇਜੀਏ ਤਾਂ ਗੱਲ ਦਮ ਨਾਲ ਕਰ ਸਕਦਾ ਹੈ। ਉਹਦੇ ਬਾਰੇ ਕਿਹਾ ਜਾਂਦਾ ਜੀ ਇੱਕ ਪਾਰਟੀ ਛੱਡਤੀ, ਫਿਰ ਦੂਜੀ ਛੱਡਤੀ, ਫਿਰ ਤੀਜੀ ਛੱਡਤੀ, ਫਿਰ ਚੌਥੀ ਛੱਡਤੀ, ਵੀ ਇਹ ਫੁਦਕਦਾ ਰਹਿੰਦਾ। ਦੇਖੋ 2% ਲੋਕ ਤਾਂ ਤੁਹਾਡੇ ਖਿਲਾਫ ਹੋਣਗੇ, ਤੁਸੀਂ ਜਿੱਡੇ ਮਰਜ਼ੀ ਦੁੱਧ ਦੇ ਤੋਤੇ ਬਣ ਜਾਓ। ਸੋ ਆਈ ਫੀਲ, ਜਿੱਥੇ ਤੱਕ ਮੈਂ ਨਵਜੋਤ ਸਿੰਘ ਸਿੱਧੂ ਨੂੰ ਜਾਣਦਾ, ਔਰ ਮੈਂ ਕੱਲ ਬਨੀ ਦਾ ਫੋਨ ਆਇਆ ਸੀ, ਉਹਨੂੰ ਵੀ ਕਿਹਾ ਸੀ, ਮੈਂ ਕਿਹਾ ਸ਼ੈਰੀ ਨੂੰ ਮੇਰਾ ਸੁਨੇਹਾ ਦੇਈ ਨਵਜੋਤ ਨੂੰ, ਜੇ ਤੂੰ ਨਹੀਂ ਕਰ ਸਕਦਾ, ਤੂੰ ਤੇ ਮੈਂ ਅਸੀਂ ਇਕੱਠੇ ਹੋ ਕੇ ਨਹੀਂ ਕਰ ਸਕਦੇ ਤਾਂ ਫਿਰ ਕੌਣ ਕਰੂਗਾ? ਫਿਰ ਲਾਹਨਤ ਹੈ ਜ਼ਿੰਦਗੀ 'ਚ। ਆਖੇ ਜੀ ਸਿਸਟਮ ਬੜਾ ਕਰਪਟ ਹੈ ਜੀ, ਆਖੇ ਫਲਾਨਾ ਬੜਾ ਕਰਪਟ ਹੈ। ਮੈਂ ਕਹਤਾ ਗੁਰੂਆਂ ਵੇਲੇ ਵੀ ਲੋਕ ਕਹਿੰਦੇ ਸੀ ਵੀ ਔਰੰਗਜ਼ੇਬ ਬੜਾ ਕਰਪਟ ਹੈ, ਬਹੁਤ ਤਸੀਹੇ ਕਰਦਾ। ਗੱਲ ਛੱਡੋ, ਲੈਟਸ ਗੋ ਐਂਡ ਟਾਕ। ਮੈਂ ਅੱਜ ਵੀ ਚਾਹੁੰਦਾ ਆਪਣਾ ਕ੍ਰਾਸ ਦਾ ਟੇਬਲ ਆਪਾਂ ਬੀਜੇਪੀ ਸਰਕਾਰ ਨਾਲ ਗੱਲ ਕਰੀਏ, ਔਰ ਜੇ ਕੋਈ ਹੱਲ ਨਹੀਂ ਨਿਕਲਦਾ ਫਿਰ ਕਹਾਂ ਤਾਂ ਫਿਰ ਅੰਦੋਲਨ ਤਾਂ ਪਿਆ ਹੀ ਪਿਆ ਹੈ। ਕਿਹੜਾ ਇਸ ਦੇ ਨਾਲ ਕਿਉਂਕਿ ਧਰਨੇ ਮੁਜ਼ਾਹਰੇ ਹੋ ਰਹੇ, ਟ੍ਰੇਨਾਂ ਰੁਕ ਰਹੀਆਂ ਨੇ, ਕਈ ਸਾਰੇ ਕਲਾਕਾਰ ਗਾਇਕ ਵੀ ਆ ਰਹੇ ਨੇ ਔਰ ਗਾਇਕਾਂ ਦੇ ਨਾਲ ਸੈਲਫੀਆਂ ਲੈਣ ਵਾਲੇ ਵੀ ਆ ਰਹੇ ਨੇ। ਤੁਸੀਂ ਇਹਨਾਂ ਸਾਰੇ ਗਾਇਕਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਆਏ ਜਾਂ ਆਪਣੀਆਂ ਤਸਵੀਰਾਂ ਖਿਚਵਾ ਕੇ ਚਲੇ ਗਏ? ਕਿਵੇਂ ਤੁਸੀਂ ਦੇਖਦੇ ਹੋ ਸਰ? ਗੱਲ ਇਹ ਹੈ, ਜਦ ਗੰਗਾ ਬਹਿੰਦੀ ਹੈ ਹਰੇਕ ਹੀ ਕਹਿੰਦਾ ਮੈਂ ਹੱਥ ਧੋਲਾ, ਮੇਰੀ ਫੋਟੋ ਆ ਜਾਏ, ਮੇਰੀ ਸੈਲਫੀ ਆ ਜਾਏ। ਅੱਜ ਮੈਨੂੰ ਵੀ ਰੰਧਾਵਾ ਬ੍ਰਦਰ ਦਾ ਫੋਨ ਆਇਆ, ਉਹ ਭਾਜੀ ਅਸੀਂ ਗਏ ਜੀ 50 ਬੰਦੇ ਲੈ ਕੇ ਉਹਨੂੰ ਫੋਟੋਆਂ ਘੱਲਦੇ ਮੈਨੂੰ। ਮੈਂ ਉਹਨੂੰ ਕਿਹਾ, ਮੈਂ ਤੇਰਾ ਦਿਮਾਗ ਖਰਾਬ ਹੈ 50 ਬੰਦੇ ਲਿਜਾ ਕੇ ਵੀ ਕਹਾਂ ਤੁਰੀਦਾ ਹੁੰਦਾ। ਆ ਮੈਂ ਹੁਣ ਕਹਿ ਕੇ ਹਟਿਆ ਕਿ ਮੈਂ ਲਾਈਵ ਹੋਣਾ। ਰੰਧਾਵਾ ਕਿਹੜੀ ਤੁਸੀਂ? ਰੰਧਾਵਾ ਬ੍ਰਦਰਸ ਜਿਹੜੇ ਹੈਗੇ ਨੇ ਆ ਗਾਉਂਦੇ ਨੇ ਮੁੰਡੇ ਆਪਣੇ ਬਨਿਆਣੇ ਵਰਗੇ। ਮੈਂ ਕਹਿ ਕੇ ਹਟਿਆ, ਮੈਂ ਕਿਹਾ ਜੇ ਤਾਂ ਆਪਣੀ ਪਪੂਲੈਰਿਟੀ ਵਾਸਤੇ, ਹਾਂਜੀ ਮੈਂ ਵੀ ਗਿਆ ਸੀ, ਹਾਂਜੀ ਹਾਜ਼ਰੀ ਮੇਰੀ ਵੀ ਲੱਗੀ ਸੀ, ਮੈਂ ਵੀ ਕਿਹਾ ਸੀ ਤੁਨ ਤੁਨ ਤਕੜੁਕ ਤੁਨ ਤੁਨ ਤਕੜੁਕ ਆ ਬਰ ਚੱਕ ਦੇਾਂਗੇ ਮਾਰ ਦੇ। ਜੇ ਇਹ ਕਰਕੇ ਆਪਣੀ ਫੋਟੋਆਂ ਖਿਚਾਣੀਆਂ ਤਾਂ ਵੀ ਉਹਨੂੰ ਸਜ਼ਾ ਦੇਣੀ ਹੈ, ਤੇ ਜੇ ਤੁਰਨਾ ਮੇਰੇ ਵਾਂਗੂ, ਹਾਂ ਬਈ ਜਦ ਵੇਲਾ ਆਊਗਾ ਉਦੋਂ ਦੇਖਾਂਗੇ। ਐਵੇਂ ਜਾ ਕੇ ਮੈਂ ਨਹੀਂ ਧਰਨਿਆਂ 'ਚ ਗਿਆ, ਮੈਂ ਜਾ ਕੀ ਕਰਾਂ, ਚੱਕ ਕੇ ਮਾਈਕਲ ਲਾਲਾ ਚੱਕ ਦੇ, ਅੱਗੋਂ ਚੱਲੇ ਗੋਲੀ ਤੇ ਮੈਂ ਭਾਜਾਂ ਵੀ ਹਾਏ ਹਾਏ ਮਰ ਗਿਆ ਮੇਰੇ ਤਾਂ ਬੱਚੇ। ਇੱਥੇ ਆ ਹਾਲ ਹੈ। ਵਾਟ ਆਰ ਵੀ ਟਾਕਿੰਗ ਸਰ? ਜੇ ਗੱਲ ਕਲਾਕਾਰਾਂ ਨੇ ਇਹੀ ਚੀਜ਼ ਕੀਤੀ ਹੈ, ਇਹੀ ਚੀਜ਼ ਕੀਤੀ। ਜਾਓ ਉੱਥੇ ਗੱਲ ਕਰੋ, ਸਰਕਾਰ ਨਾਲ ਗੱਲ ਕਰੋ। ਮੋਦੀ ਜੀ ਸਾਡੀ ਤੁਹਾਨੂੰ ਬੇਨਤੀ ਹੈ, ਸਾਡੀ ਗੱਲ ਸੁਣੋ। ਅਸੀਂ ਅਹਿਲਦਾਰ ਭੇਜਣਾ, ਅਸੀਂ ਨਹੀਂ ਚਾਹੁੰਦੇ, ਬੀਜੇਪੀ ਅਸੀਂ ਨਹੀਂ ਚਾਹੁੰਦੇ, ਜਾਂ ਦੂਜੀਆਂ ਪਾਰਟੀਆਂ ਅਸੀਂ ਨਹੀਂ ਚਾਹੁੰਦੇ। ਤੁਸੀਂ ਗੱਲ ਕਰੋ ਜਿਹੜੀ ਪਾਇਦਾਨ ਦੀ ਹੈ, ਉੱਥੇ ਜਾ ਕੇ ਲਲਕਾਰੇ ਮਾਰ ਕੇ ਤੇ ਮੁੜ ਕੇ ਜਾਂ ਬੈਰੀਅਰ ਦੇ ਕੋਲ ਜਾਂਦੇ ਨੇ ਤਾਂ ਭੱਜ ਲੈਂਦੇ। ਕੱਲ ਏਦਾਂ ਹੀ ਹੋਇਆ, ਆ ਮੈਨੂੰ ਰੋਮੀ ਰੰਧਾਵਾ ਹੀ ਦੱਸਦਾ ਸੀ, ਕਹਿੰਦਾ ਜੀ ਸਾਰੇ ਭੱਜ ਗਏ ਇੱਥੋਂ। ਵਾਈ ਆਰ ਵੀ ਡੂਇੰਗ ਦਿਸ? ਮੈਂ ਤਾਂ ਪਪੂਲੈਰਿਟੀ ਲੈ ਰਿਹਾ, ਮੈਂ ਤਾਂ ਤੁਹਾਡੇ ਲੋਕਾਂ ਨਾਲ ਗੱਲ ਕਰ ਰਿਹਾ, ਆਪਣੀ ਵਿਊ ਗੱਲ ਕਰ ਰਿਹਾ। ਮੈਂ ਤਾਂ ਉਦੋਂ ਜਾਊਂਗਾ ਜਦ ਅੱਗ ਬਲਦੀ ਹੋਊਗੀ, ਤੇ ਫਿਰ ਮੈਨੂੰ ਰੱਬ ਨੇ ਕਿਹਾ ਜਾ ਪੁੱਤਰ ਹੁਣ ਸ਼ਹੀਦੀ ਦੇ ਦੇ, ਫਿਰ ਮੈਂ ਜਾਊਂਗਾ। ਮੈਂ ਨਹੀਂ ਗਿਆ ਫੋਟੋ ਖਿਚਾਉਣ, ਮੈਂ ਸਿਰਫ ਤੁਹਾਡੇ ਲੋਕਾਂ ਨਾਲ ਗੱਲਾਂ ਕਰ ਰਿਹਾ। ਸੋ ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਟੂ ਟਾਕ ਟੂ ਦ ਚੈਨਲਸ, ਟੂ ਦੀ ਪ੍ਰੈਸ। ਉੱਥੇ ਵੀ ਜਾਓ, ਉਹਨਾਂ ਦਾ ਹਾਲ ਚਾਲ ਪੁੱਛੋ ਕਿ ਕੋਈ ਨਹੀਂ ਭਾਈ ਅਸੀਂ ਵੀ ਬੈਠੇ ਹਾਂ, ਬਹੁਤ ਮਾੜਾ ਹੋ ਰਿਹਾ, ਮਹਾਰਾਜ ਕਿਰਪਾ ਕਰੂਗਾ। ਆਪ ਜੇ ਰੱਬ ਨੇ ਕਿਹਾ ਵੀ ਜਾਓ ਅੰਦੋਲਨ ਕਰਨਾ ਹੈ, ਜਾਓ ਅੱਗੇ ਤੁਰੋ। ਰੱਬ ਇਹ ਵੀ ਚਾਹ ਸਕਦਾ ਕੋਈ ਇੱਥੋਂ ਬੰਦਾ ਜਾ ਕੇ ਗੱਲ ਕਰਕੇ ਤੇ ਗੱਲ ਮੁਕਾ ਵੀ ਦੇਵੇ। ਮੈਂ ਅੱਜ ਵੀ ਚਾਹੁੰਦਾ ਤੁਹਾਨੂੰ ਅਗਰ ਕਿਸਾਨ ਭੇਜਦੇ ਨੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਪ੍ਰਧਾਨ ਮੰਤਰੀ ਸਾਹਿਬ ਕੋਲ, ਤੁਸੀਂ ਨਾਲ ਜਾ ਕੇ ਗੱਲਬਾਤ ਕਰੋਗੇ? ਤੁਸੀਂ ਪੂਰੇ ਐਕਟ ਬਾਰੇ ਜੋ ਕਮੀਆਂ ਨੇ, ਕਿਉਂਕਿ
ਸਭ ਤੋਂ ਵੱਡੀ ਗੱਲ ਐਮਐਸਪੀ, ਆੜਤੀਆਂ, ਮੰਡੀ, ਇਹ ਤਿੰਨ ਚੀਜ਼ਾਂ ਨੂੰ ਲੈ ਕੇ ਕਿਸਾਨਾਂ ਦੇ ਸ਼ੰਕੇ ਨੇ ਔਰ ਤਿੰਨਾਂ ਚੀਜ਼ਾਂ ਨੂੰ ਲੈ ਕੇ ਕੇਂਦਰ ਸਰਕਾਰ ਕਲੀਅਰ ਹੈ। ਉਹ ਕਹਿ ਰਹੀ ਕਿ ਅਜਿਹਾ ਕੁਝ ਨਹੀਂ ਹੋਣਾ। ਦੇਖੋ, ਪਹਿਲੀ ਗੱਲ ਤਾਂ ਤਮੀਜ਼ ਨਾਲ ਗੱਲ ਕਰਨੀ। ਆਫਟਰ ਆਲ ਵੀ ਆਰ ਟਾਕਿੰਗ ਟੂ ਦ ਪ੍ਰਾਈਮ ਮਿਨਿਸਟਰ, we are talking to the cabinet ministers, we are talking to the party members. You have to be respectful. ਪਹਿਲੀ ਗੱਲ, ਜ਼ੁਬਾਨ ਤੇ ਕਲਮ ਬਹੁਤ ਵੱਡੀ ਚੀਜ਼ ਹੁੰਦੀ ਹੈ। ਤੁਸੀਂ ਅਦਾ ਨਾਲ ਗੱਲ ਕਰੋਗੇ, ਤੁਸੀਂ ਆਪਣੀ ਪੱਖ ਰੱਖੋਗੇ, ਤੁਸੀਂ ਉਹਨਾਂ ਨੂੰ ਕਨਵਿੰਸ ਕਰੋਗੇ ਕਿ ਸਰ ਦਿਸ ਇਜ਼ ਨਾਟ ਰਾਈਟ, ਦਿਸ ਇਜ਼ ਰਾਈਟ। ਅਸੀਂ ਤੁਹਾਡੇ ਤੇ ਬਲੀਵ ਕਰ ਸਕਦੇ ਹਾਂ, ਪ੍ਰਾਈਵੇਟ ਕੰਪਨੀਆਂ ਤੇ ਬਲੀਵ ਨਹੀਂ ਕਰ ਸਕਦੇ। ਸਾਡੇ ਮਾਤਾ ਪਿਤਾ ਰਹਿਨੁਮਾ ਤੁਸੀਂ ਹੋ, ਅਸੀਂ ਉਹਨਾਂ ਤੇ ਨਹੀਂ। ਸਾਨੂੰ ਆ ਗੱਲਾਂ ਦੀ ਯਕੀਨ ਨਹੀਂ ਹੈ। ਸਾਨੂੰ ਇਸ ਗੱਲਾਂ ਦਾ ਯਕੀਨ ਤੁਸੀਂ ਦਿਵਾਓ, ਤੁਸੀਂ ਟੇਕ ਓਵਰ ਕਰੋ, ਨੋ ਪ੍ਰੋਬਲਮ, ਜਿਹੜੇ ਕਿ ਤੁਹਾਡੇ ਅੰਡਰ ਚੱਲ ਹੀ ਰਿਹਾ। ਅਸੀਂ ਪ੍ਰਾਈਵੇਟ ਕੰਪਨੀਆਂ ਦੇ ਅੰਦਰ ਨਹੀਂ ਕੰਮ ਕਰ ਸਕਦੇ। ਸਾਨੂੰ ਤੁਸੀਂ ਉਹਨਾਂ ਦੇ ਪੱਲੇ ਕਿਉਂ ਪਾਉਂਦੇ ਹੋ? ਇੱਕ ਪਿਤਾ ਆਪਣੇ ਬੱਚਿਆਂ ਨੂੰ ਆਪਣੇ ਘਰੋਂ ਕੱਢ ਕੇ ਦੂਜੇ ਦੇ ਪੱਲੇ ਕਿਉਂ ਪਾ ਰਿਹਾ? ਮੈਂ ਇਹ ਸਵਾਲ ਕਰੂੰਗਾ ਤੇ ਸ਼ਾਇਦ ਇਹਦਾ ਜਵਾਬ ਮੈਨੂੰ ਲੱਗਦਾ ਕਿ ਬੜਾ ਖੂਬਸੂਰਤ ਗੱਲ ਹੋਗੀ ਤੇ ਬੜੀ ਖੂਬਸੂਰਤ ਜਵਾਬ ਹੋਗੀ। ਜੇ ਕਿਸਾਨ ਮੈਨੂੰ ਭੇਜਣਗੇ, ਮੈਂ ਡੈਫੀਨਿਟਲੀ ਗੋ, ਔਰ ਮੈਂ ਉੱਥੇ ਗੱਲ ਕਰੂੰਗਾ। ਸੁਣਨ ਵਾਲੇ ਨੂੰ ਵੀ ਮਜ਼ਾ ਆਊਗਾ ਕਿ ਵਾਹ ਕੀ ਗੱਲ ਕੀਤੀ ਹੈ, ਤੇ ਜਦ ਉਹ ਗੱਲ ਦਾ ਜਵਾਬ ਦੁਨੀਆ ਚ ਆਊਗਾ, ਉਹ ਵੀ ਕਹਿਣਗੇ ਕਿ ਵਾਹ ਕੀ ਮਤਾ ਪਾਸ ਕੀਤਾ। ਸੋ ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਟੂ ਟਾਕ ਲਾਈਕ ਜੈਂਟਲਮੈਨ। ਕਿਉਂਕਿ ਤੁਸੀਂ ਇੰਡਸਟਰੀ ਦੇ ਬਾਬਾ ਬੋੜ ਹੋ ਔਰ ਇੱਕ ਇੰਡਸਟਰੀ ਦੇ ਦੂਜੇ ਪਾਸੇ ਅਸੀਂ ਸੰਨੀ ਦਿਓਲ ਹੋਰਾਂ ਨੂੰ ਦੇਖਿਆ, ਦਲੇਰ ਮਹਿੰਦੀ ਹੋਰਾਂ ਨੂੰ ਦੇਖਿਆ, ਉਹ ਸ਼ਲਾਘਾ ਕਰ ਰਹੇ ਸੀ। ਉਹ ਕਹਿ ਰਹੇ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕਰਤਾ ਉਹ ਸੋਨੇ ਤੇ ਸੁਹਾਗਾ। ਵਾਹ ਜੀ ਵਾਹ, ਇਹ ਤਾਂ ਚਮਚੇਗਿਰੀ ਹੋ ਗਈ ਨਾ। ਫਿਰ ਹੁਣ ਜੇ ਮੇਰੇ ਘਰੇ ਮੈਂ ਤੁਹਾਨੂੰ ਆਪਣੇ ਫਾਦਰ ਦੀ ਗੱਲ ਸੁਣਾਉਣਾ, ਇਹ ਗੱਲ ਰਿਲੇਟ ਕਰਦੀ ਹੈ। ਮੈਂ ਆਪਣੇ ਫਾਦਰ ਨੂੰ ਕਿਹਾ ਜੀ ਆ 20,000 ਰੁਪਈਆ ਤੁਸੀਂ ਕੈਸ਼ ਲਓ, ਤੁਸੀਂ ਪੈਟਰੋਲ ਪੰਪ ਤੋਂ ਕ੍ਰੈਡਿਟ ਨਹੀਂ ਪਾਉਣਾ। ਮੈਨੂੰ ਕਹਿਣ ਲੱਗੇ ਮੈਂ ਲਾਇਆ, ਮੇਰੀ ਚੀਜ਼ ਆ, ਤੂੰ ਕੌਣ ਆ, ਫਲਾਣਾ ਇਹ ਉਹ। ਮੈਂ ਕਿਹਾ ਜੀ ਗਲਤੀ ਹੋ ਗਈ ਜੀ, ਆ ਚੱਕੋ ਚਾਬੀਆਂ, ਆਪਾਂ ਚੱਲੇ। ਐਟਲੀਸਟ ਮੈਂ ਆਪਣੇ ਫਾਦਰ ਨੇ ਮੈਨੂੰ ਬਾਅਦ ਚ ਬੁਲਾ ਕੇ ਕਿਹਾ ਨਹੀਂ ਯਾਰ ਤੂੰ ਠੀਕ ਕਹਿ ਰਿਹਾ, ਕ੍ਰੈਡਿਟ ਤੇ ਬੰਦਾ ਧੋਖਾ ਖਾਂਦਾ, ਮੈਂ ਸ਼ਾਇਦ ਇਹੀ ਧੋਖਾ ਖਾਂਦਾ ਰਿਹਾ, ਤੇ ਯੂ ਟੇਕ ਓਵਰ ਚਾਰਜ। ਮੈਂ ਆਪਣੇ ਫਾਦਰ ਨੂੰ ਕਿਹਾ ਨਾ ਤੁਸੀਂ ਗਲਤ ਹੋ, ਹਨਾ। ਸਨੀ ਦਿਓਲ ਜਾਂ ਕਿਹਦਾ ਨਾਲ ਹੈ, ਦਲੇਰ ਮਹਿੰਦੀ ਜਾਂ ਪਟਿਆਲਾ ਲੰਬਾ ਜਿਹੜਾ ਬਾਜਾ ਵਜਾਉਂਦਾ, ਸ਼ਰਮ ਨਹੀਂ ਆਉਂਦੀ ਇਹਨੂੰ ਗੱਲ ਕਰਦੇ। ਇਹ ਨਹੀਂ ਪਤਾ ਕਿ ਹਿੰਦੁਸਤਾਨ ਪਾਕਿਸਤਾਨ ਦੀ ਤੇ ਚਾਈਨਾ ਦੀ ਲੜਾਈ ਕਦ ਲੱਗੀ ਸੀ, ਇਹੋ ਜਿਹੀ ਗੱਲਾਂ ਮਾਰਦਾ ਹੈ। ਇਹ ਯੈਸ ਮੈਨ ਇਕੱਠੇ ਕੀਤੇ। ਇਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਦੇਖੋ ਸਰ, ਅਸੀਂ ਤੁਹਾਡੇ ਨੁਮਾਇੰਦੇ ਹਾਂ, ਤੁਸੀਂ ਸਾਨੂੰ ਟਿਕਟ ਦੇ ਕੇ ਐਮਪੀ ਜਿਤਾ ਕੇ ਲਿਆਂਦਾ, ਪਰ ਆਹ ਜਿਹੜਾ ਕੰਮ ਹੋ ਰਿਹਾ ਨਾ, ਇਹਦੇ ਤੇ ਆਪਾਂ ਨੂੰ ਗੌਰ ਕਰਨਾ ਚਾਹੀਦਾ। ਐ ਨਾ ਕਰੋ। ਇਹ ਕਹਿ ਸਕਦੇ ਨਾ, ਬਿਲਕੁਲ ਕਹਿ ਸਕਦੇ। ਇਹਨਾਂ ਨੂੰ ਕੋਈ ਕੱਢਣ ਲੱਗਿਆ, ਕੋਈ ਗੋਲੀ ਨਹੀਂ ਮਾਰ ਦੂਗਾ, ਕਿਉਂ ਨਹੀਂ ਕਹਿੰਦੇ? ਕਿਉਂਕਿ ਮੈਂ ਦੱਸਦਾ, ਕਿਉਂਕਿ ਗੱਦਾਰੀ ਪੰਜਾਬ ਦੀ ਧਰਤੀ ਦੇ ਵਿੱਚ ਵੜੀ ਹੋਈ ਹੈ। ਇਹ ਗੱਦਾਰ ਇਸ ਕਰਕੇ ਨੇ, ਜਦ ਉਹਨੇ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਟੈਕ ਕੀਤਾ ਤੇ ਲਾਹੌਰ ਤੇ ਅਟੈਕ ਕਰਨ ਲੱਗਿਆ, ਸਾਹਮਣੇ ਕੌਣ ਖੜਾ? ਬਾਬਾ ਬੋਤਾ ਸਿੰਘ। ਸਾਰੇ ਸਿੱਖ ਖੜੇ, ਉਹ ਜਿਹੜੇ ਗੁਰੂ ਸਾਹਿਬ ਨੇ ਨਾਲ ਭੇਜੇ ਸੀ, ਮੁਗਲਾਂ ਦੇ ਨਾਲ ਰਲ ਕੇ ਖੜੇ, ਤੇ ਬੰਦਾ ਸਿੰਘ ਬਹਾਦਰ ਘੋੜੇ ਤੇ ਚੜਿਆ, ਕਹਿੰਦਾ मेरा हौसला पस्त नहीं हुआ, आग आज भी मेरे सीने पे जलती है, मुझे पराए शोलों का खौफ नहीं, डर इस बात का है कहीं मेरे बागों के फूलों पे आई बहार इस चमन को जला न दे। और मैं लड़ा ਤਾਂ ਕਿਹਦੇ ਨਾਲ ਲੜਾਂ? ਇਹਨਾਂ ਨਾਲ ਲੜਾ ਜਿਹੜੇ ਮੇਰੇ ਆਪ ਦੇ ਨੇ, ਜਿਹੜੇ ਗੁਰੂਆਂ ਨੇ ਥਾਪੜੇ ਦੇ ਕੇ ਭੇਜੇ ਨੇ। ਅੱਜ ਇਹ ਮੇਰੇ ਖਿਲਾਫ ਖੜੇ ਆ, ਉਹ ਵਾਪਸ ਮੁੜ ਗਿਆ। ਉਹਨਾਂ ਨੇ ਫੜਵਾ ਕੇ ਤੇ ਬੰਦਾ ਸਿੰਘ ਬਹਾਦਰ ਮਰਵਾਤਾ। ਗੱਦਾਰੀ ਹੈ ਨਾ ਬਹੁਤ ਵੱਡੀ। ਤੁਸੀਂ ਜਾ ਕੇ ਤੁਸੀਂ ਪਾਰਲੀਮੈਂਟ 'ਚ ਜਾ ਕੇ ਇਹ ਗੱਲ ਕਹਿ ਸਕਦੇ ਹੋ, ਪ੍ਰੈਸ ਨੂੰ ਕਹਿ ਸਕਦੇ ਹੋ ਕਿ ਅਸੀਂ ਮੋਦੀ ਜੀ ਨੂੰ ਰਿਕੁਐਸਟ ਕੀਤੀ ਹੈ ਕਿ ਸਰ ਇਸ ਬਿੱਲ ਤੇ ਦੁਬਾਰਾ ਗੌਰ ਕੀਤੀ ਜਾਏ। ਇੰਨੀ ਗੱਲ ਤਾਂ ਕਰ ਸਕਦੇ ਹੋ। ਲੇਕਿਨ ਤੁਸੀਂ ਸੰਨੀ ਦਿਓਲ ਹੋਰਾਂ ਨੂੰ, ਹੰਸਰਾਜ ਹੰਸਰ ਹੋਰਾਂ ਨੂੰ ਤੁਸੀਂ ਗੱਲਬਾਤ ਕਰੋ। ਤੁਸੀਂ ਗੱਦਾਰ ਕਹਿ ਰਹੇ ਹੋ, ਗੱਦਾਰ ਤੁਹਾਨੂੰ ਲੱਗਦਾ ਹੈ ਕਿ? ਮੈਂ ਅਜੇ ਬੰਦਿਆਂ ਨਾਲ ਗੱਲ ਕਰਕੇ ਰਾਜੀ ਨਹੀਂ ਜੀ। ਜਿਹੜੇ ਬੰਦੇ ਸਨੀ ਦਿਓਲ ਦੇ ਫਾਦਰ, ਮੈਂ ਉਹਨਾਂ ਦੀ ਬਹੁਤ ਪਿਆਰ ਤੇ ਇੱਜ਼ਤ ਕਰਦਾ। ਧਰਮਿੰਦਰ ਡਾਂਗੋ ਪਿੰਡ ਕਨੇਚ ਉਹਨਾਂ ਦੇ ਦਾਦੇ ਪੜਾਉਂਦੇ ਰਹੇ। ਸਨੀ ਇੱਥੇ ਪੈਦਾ ਹੋਇਆ, ਉੱਥੇ ਹੁਣ ਚਲਾ ਗਿਆ ਪਾਰਲੀਮੈਂਟ 'ਚ, ਠੀਕ ਹੈ। ਕੀ ਉਹਦਾ ਹੱਕ ਨਹੀਂ ਬਣਦਾ ਆਪਣੀ ਧਰਤੀ ਦੀ ਗੱਲ ਕਰਨ ਦਾ? ਹੰਸਰਾਜ ਹੰਸ ਇੱਥੇ ਦੇ ਮੈਚ ਸ਼ੋਅ ਕਰਾਏ ਟੈਗੋਰ ਥੀਏਟਰ 'ਚ, ਤੈਨੂੰ ਪੁੱਛਦਾ ਕੋਈ ਨਹੀਂ ਸੀ। ਨਾਲ ਸੰਧੂ ਸੀ ਮੇਰੇ, ਸ਼ਮਸ਼ੇਰ ਸੰਧੂ। ਅੱਜ ਇਹ ਬਹੁਤ ਵੱਡਾ ਬਣ ਗਿਆ, ਪਾਰਲੀਮੈਂਟ 'ਚ ਲੈ ਕੇ। ਇਹਦਾ ਫਰਜ਼ ਨਹੀਂ ਬਣਦਾ, ਦਲੇਰ ਮਹਿੰਦੀ ਦਾ ਫਰਜ਼ ਨਹੀਂ ਬਣਦਾ। ਲੇਕਿਨ ਉਹ ਤੇ ਤਾਰੀਫ ਕਰ ਰਹੇ ਹੋ, ਕਹਿ ਰਹੇ ਕਿ ਬਹੁਤ ਵਧੀਆ ਬਿੱਲ ਹੈ, ਇਸ ਦਾ ਕਿਸਾਨਾਂ ਨੂੰ ਫਾਇਦਾ ਹੋਏਗਾ। ਪ੍ਰਧਾਨ ਮੰਤਰੀ ਸਾਹਿਬ ਨੇ ਦਲੇਰ ਮਹਿੰਦੀ ਖੇਤੀ ਕਰਦਾ ਨਾ, ਹੰਸਰਾਜ ਖੇਤੀ ਕਰਦਾ ਨਾ, ਸਨੀ ਦਿਓਲ ਖੇਤੀ ਕਰਦਾ, ਤੇ ਨਾ ਵੀਡੀਓ ਪਾਈ, ਉਹ ਕਹਿੰਦਾ ਕਿ ਮੈਂ ਖੇਤੀ ਕਰਦਾ। ਮੈਂ ਦੇਖਿਆ ਰੋਜ਼ ਹਲ ਜੁੜਿਆ ਹੁੰਦਾ, ਰੋਜ਼ ਹੀ ਕਣਕ ਬੀਜਦਾ ਕਿ ਇਹਦੇ ਤਾਂ ਜ਼ਮੀਨ ਤੋਂ ਜਾਂਦੇ ਨੇ ਚੌਲ, ਅਮਰੀਕਾ 'ਚ ਮਾਰਦਾ ਗੱਲਾਂ। ਇਹਨੇ ਖੇਤੀ ਕੀਤੀ, ਉਹਨੂੰ ਪਤਾ ਹੁੰਦਾ ਖੇਤੀ ਦਰਦ ਕੀ ਹੁੰਦਾ। ਖੇਤੀ ਠੇਕੇ ਤੇ ਦੇਣੀ ਹੋਰ ਗੱਲ ਹੈ। ਠੇਕੇ ਤੇ ਦੇਤੀ ਜ਼ਮੀਨਾਂ। ਜਿਸ ਜੱਟ ਨੇ ਸਿਆੜ ਵਾਇਆ ਹੋਵੇ ਨਾ 1 ਕਿੱਲਾ ਬਲਦਾਂ ਨਾਲ, ਉਹ ਮੇਰੇ ਨੂੰ ਪਤਾ ਲੱਗਦਾ ਤਾਂ ਸੇਕ ਕੀ ਹੁੰਦਾ। ਤਾਂ ਫਿਰ ਹੁਣ ਹੱਲ ਕੀ ਹੈ? ਹੱਲ
ਤੁਸੀਂ ਕਹਿ ਰਹੇ ਹੋ ਟੇਬਲ ਟੋਕ ਹੱਲ ਹੈ, ਬਿਲਕੁਲ। ਔਰ ਇਹ ਜਿਹੜੇ ਦੇਖੋ- ਧਰਨੇ ਚੱਲ ਰਹੇ, ਜਿਹੜੀ तमाम ਸਿਆਸੀ ਪਾਰਟੀਆਂ ਕਰ ਰਹੀਆਂ ਨੇ, ਤੁਹਾਨੂੰ ਲੱਗਦਾ ਕਿ ਇਹ ਟੁੱਟਣ ਦਾ ਕੰਮ ਕਰੇਗਾ? ਕਿਉਂਕਿ ਤੁਸੀਂ ਕਿਹਾ ਕਿ ਜ਼ਿੰਦਗੀ 'ਚ ਕਦੀ ਇਸ ਤਰੀਕੇ ਦੇ ਧਰਨੇ ਨਹੀਂ ਦੇਖੇ, ਜਿੱਥੇ ਦੁਕਾਨਦਾਰ ਵੀ ਸੀ, ਜਿੱਥੇ ਯੂਥ ਵੀ ਸੀ, ਜਿੱਥੇ ਕਲਾਕਾਰ ਵੀ ਸੀ, ਹਰ ਵਰਗ ਪੰਜਾਬ ਦਾ ਸੀਗਾ। ਲੇਕਿਨ ਇੱਕ ਥਾਂ ਤੇ ਅਜਿਹੀ ਵੀ ਸੀਗੀ ਜਿੱਥੇ ਸਿਆਸੀ ਪਾਰਟੀਆਂ ਵਾਲੇ ਝੰਡੇ ਆਪਣੇ ਆਪਣੇ ਲੈ ਕੇ ਆਪਣੀ ਸਿਆਸਤ ਕਰ ਰਹੇ ਸੀ, ਤਾਂ ਦੂਜੇ ਪਾਸੇ ਕਲਾਕਾਰ ਆਪਣੇ ਪਾਸੇ ਜਿਹੜਾ ਵਾ ਫੋਟੋਆਂ ਖਿਚਾਉਣ ਦੇ ਲਈ ਜਾਂ ਆਪਣੇ ਆਪਣੇ ਗਾਣੇ ਸੁਣਾਉਂਦੇ ਹੋਏ ਨਜ਼ਰ ਆਏ ਸੀ। ਦੇਖੋ, ਜਦ ਵੀ ਕੋਈ ਗੱਲ, ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਹੈ ਜਾਂ ਪ੍ਰੈਜ਼ੀਡੈਂਟ ਹੁੰਦਾ, ਉਹ ਦੇਸ਼ ਦਾ ਪਿਓ ਹੁੰਦਾ, ਮਾਤਾ ਪਿਤਾ। ਮੈਂ ਤਾਂ ਉਹਨਾਂ ਨੂੰ ਮਾਤਾ ਪਿਤਾ ਮੰਨਦਾ। ਉਸ ਪਿਤਾ ਨੂੰ ਪਤਾ ਹੋਣਾ ਚਾਹੀਦਾ ਹੈ, ਜੇ ਮੈਂ ਉਹਨਾਂ ਦੀ ਜਗ੍ਹਾ ਹੋਵਾਂ ਮੈਂ ਕੀ ਆਖਾਂ, ਅੱਛਾ ਬਈ ਤੁਸੀਂ ਸਾਰੇ ਦੇਸ਼ ਨੇ ਵਿਰੋਧ ਕੀਤਾ, ਕਿਉਂਕਿ ਸਾਰਾ ਦੇਸ਼ ਹੀ ਵਿਰੋਧ ਕਰ ਰਿਹਾ, ਸਾਰਾ ਦੇਸ਼ ਹੀ ਨਿਕਲਿਆ ਹੋਇਆ। ਤੁਹਾਨੂੰ ਨਹੀਂ ਪਸੰਦ, ਮੈਂ ਤਾਂ ਆਪਣੇ ਵੱਲੋਂ ਚੰਗਾ ਕੀਤਾ ਸੀ, ਅੱਗੇ ਪੁੱਤ ਮੇਰੇ ਤੁਹਾਨੂੰ ਨਹੀਂ ਪਸੰਦ, ਆ ਲਾਓ, ਉਹ ਜਾਂਦਾ ਜੇ ਬਿੱਲ। ਕੀ ਹੇਠੀ ਹੋ ਗਈ? ਮੋਦੀ ਸਾਹਿਬ ਦਾ ਕੱਦ ਹੋਰ ਉੱਚਾ ਹੋ ਜੂ, ਬੀਜੇਪੀ ਹੋਰ ਉੱਚੀ ਹੋ ਜੂ। ਮਾਫੀ ਮੰਗ ਲੈਣਾ ਨਹੀਂ ਵੀ ਤੁਹਾਨੂੰ ਪਸੰਦ ਨਹੀਂ, ਮੇਰੀ ਵਸੀਅਤ ਤੁਹਾਨੂੰ ਪਸੰਦ ਨਹੀਂ, ਵੀ ਇੱਕ ਮੁੰਡੇ ਦਾ ਨਾ ਇੰਨੀ ਜ਼ਮੀਨ, ਇੱਕ ਮੁੰਡੇ ਦਾ ਇੰਨੇ, ਆ ਲੈ ਮੈਂ ਪਾਰਟੀ ਪਾਈ, ਆਪਾਂ ਦੁਬਾਰਾ ਬਣਾ ਲੈਂਦੇ। ਤੁਸੀਂ ਆਪਦਾ ਬੰਦਾ ਭੇਜੋ, ਬੈਠ ਕੇ ਬਣਾ ਲੈਂਦੇ, ਮੈਟਰਸ ਓਵਰ। ਅਗਰ ਸਾਰੇ ਨਹੀਂ ਸਪੋਜ਼ ਜੇ ਇਦਾਂ ਕਰ ਦੇਣ ਤਾਂ ਕੀ ਹੋਇਆ? ਬੱਲੇ ਬੱਲੇ ਹੋ ਜਾਏਗੀ ਹੈ। ਸਾਰਾ ਹਿੰਦੁਸਤਾਨ ਖੜ ਕੇ ਆਖੇ ਬਈ ਕੀ ਬਾਤ ਹੈ, ਨਜ਼ਾਰਾ ਆ ਗਿਆ, ਇੰਨੀ ਗੱਲ ਹੈ, ਹੋਰ ਕੀ ਹੈ। ਅਗਰ ਨਹੀਂ ਹੁੰਦਾ, ਤੁਹਾਨੂੰ ਲੱਗਦਾ 2022 ਚ ਇੱਕ ਵੱਡਾ ਚੋਣਾਂ ਦਾ ਮੁੱਦਾ ਬਣੇਗਾ ਔਰ ਬੀਜੇਪੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ? ਅਕਾਲੀ ਦਲ ਵੱਖਰੀ ਹੋ ਚੁੱਕੀ ਹੈ। ਮੇਰਾ ਖਿਆਲ 2022 ਤੱਕ ਤਾਂ ਗੱਲ ਫਿਰ ਜਾਣੀ ਹੀ ਨਹੀਂ। ਜੇ ਯੱਕਾ ਫਸਿਆ ਰਿਹਾ, ਨਾ ਝੁਕਿਆ ਕੋਈ, ਨਾ ਕੋਈ ਕੰਪਰੋਮਾਈਜ਼ ਹੋਇਆ, ਫਿਰ ਤਾਂ ਗੱਲ ਜੀ ਖੂਨ ਖਰੇਬੇ ਤੇ ਆ ਜਾਊਗੀ। ਇਹ ਸਵਾਲ ਇਸ ਕਰਕੇ ਵੀ ਕਿਉਂਕਿ ਕੁਝ ਸਿਆਸੀ ਪਾਰਟੀਆਂ ਇਹ ਕਹਿ ਰਹੀਆਂ ਕਿ ਕਾਲਾ ਦੌਰ ਆ ਸਕਦਾ। ਅੰਬਾਲੇ ਵਾਲੇ ਪਾਸੇ ਅਸੀਂ ਦੇਖਿਆ ਖਾਲਿਸਤਾਨ ਦੇ ਨਾਅਰੇ ਵੀ ਉੱਥੇ ਲੱਗੇ, ਔਰ ਇਹ ਮੁੱਦਾ ਕਿਤੇ ਹੋਰ ਹੀ ਡਾਇਵਰਟ। ਔਰ ਕਰੋਨਾ ਕਾਲ ਦੇ ਵਿੱਚ ਜਦੋਂ ਇੱਕ ਤੋਂ ਦੂਜੇ ਨੂੰ ਬਿਮਾਰੀ ਹੁੰਦੀ, 50,000 ਬੰਦਾ ਸੜਕਾਂ ਤੇ ਔਰ ਖਾਲਿਸਤਾਨ ਦੇ ਨਾਅਰੇ, ਤਾਂ ਕਿੱਧਰ ਤੁਹਾਨੂੰ ਲੱਗਦਾ ਕੀ ਸਮੀਕਰਨ ਲੱਗ ਰਹੇ? 80-90 ਵਾਲੇ ਪਾਸੇ ਜਾਂਦੇ ਹੋਏ ਨਜ਼ਰ ਆ ਰਹੇ। ਛੱਡੋ ਜੀ, ਮੈਂ ਤੁਹਾਨੂੰ ਪਿੱਛੇ ਲੈ ਕੇ ਚੱਲਦਾ। ਮਾਸਟਰ ਤਾਰਾ ਸਿੰਘ ਦਾ ਨਾਂ ਸੁਣਿਆ? ਬਿਲਕੁਲ, ਅਕਾਲੀ ਦਲ ਦੇ ਅਕਾਰ ਉਹਨੂੰ ਭੇਜਿਆ ਜਦ ਮਾਊਂਟ ਬੈਟਨ ਤੇ ਨਹਿਰੂ ਉੱਥੇ ਸੀ। ਜਿਨ੍ਹਾਂ ਕਹਿੰਦਾ ਮੈਂ ਪ੍ਰਧਾਨ ਮੰਤਰੀ ਬਣਨਾ, ਠੀਕ ਹੈ, ਮੇਰੀ ਗੱਲ ਦੱਸ ਦਿਓ ਮੈਂ ਜਿੱਥੇ ਗਲਤ ਹੋਗਾ। ਜੇ ਤੁਸੀਂ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੇ, 5 ਸਾਲ ਬਾਅਦ ਨਹਿਰੂ ਫਿਰ ਬਣ ਜਾਂਦਾ, ਫਿਰ ਇੰਦਰਾ ਬਣ ਜਾਂਦੀ, ਨਾ ਪਾਕਿਸਤਾਨ ਬਣ ਜਾਂਦਾ। ਪਾਕਿਸਤਾਨ ਅਲੱਗ ਹੋਣਾ ਆਪਾਂ ਨੂੰ ਕਿੰਨਾ ਭੁਗਤ ਰਹੇ ਆਪਾਂ, ਕਿਉਂ? ਕਿਉਂਕਿ ਜਦ ਗਵਾਂਢੀ ਹੁਣ ਏਦਾਂ ਦਾ ਤੰਗ ਕਰੀ ਜਾਂਦਾ ਆਪਾਂ ਨੂੰ। ਮੈਨੂੰ ਤੁਸੀਂ ਇੱਕ ਗੱਲ ਦੱਸੋ ਬਈ, ਮਾਸਟਰ ਤਾਰਾ ਸਿੰਘ ਨੂੰ ਮਾਊਂਟ ਬੈਟਨ ਕਹਿੰਦਾ ਭਾਈ ਇਹਨਾਂ ਨੇ ਆਪਣਾ ਪਾਕਿਸਤਾਨ ਲੈ ਲਿਆ, ਤੁਸੀਂ ਆਪਣਾ ਸਿੱਖ ਕੌਮ ਅਲੱਗ ਲੈ ਲਓ। ਇਹ ਮਾਊਂਟ ਬੈਟਨ ਦੇ ਰਿਕਾਰਡਡ ਸ਼ਬਦ ਨੇ। ਔਰ ਤੁਹਾਨੂੰ ਆਹ ਪੰਜਾਬ ਤੇ ਤੁਹਾਨੂੰ ਅਫਗਾਨਿਸਤਾਨ ਤੇ ਕਸ਼ਮੀਰ ਤੇ ਤਿੱਬਤ ਸਾਰਾ ਤੁਹਾਨੂੰ ਇਲਾਕਾ ਵਾਪਸ ਦਿੰਨੇ ਆ, ਜੋ ਮਹਾਰਾਜਾ ਰਣਜੀਤ ਸਿੰਘ ਕੋਲ ਸੀਗਾ ਕਿਸੇ ਟਾਈਮ। ਠੀਕ ਹੈ, ਗੱਲ ਹੋ ਗਈ ਜੀ। ਰਾਤ ਨੂੰ ਜੀ ਪੰਡਿਤ ਨਹਿਰੂ ਸਾਹਿਬ ਮਾਸਟਰ ਤਾਰਾ ਸਿੰਘ ਨੂੰ ਪਤਾ ਨਹੀਂ ਕਿਹੜਾ ਕੀ ਕਰਾਇਆ, ਕੀ ਨਹੀਂ। ਲੈ ਪੁੱਤ, ਤੂੰ ਤਾਂ ਸਾਡਾ ਭਾਈ ਐ, ਕਦੇ ਨੌਹਾਂ ਨਾਲੋਂ ਮਾਸ ਵੀ ਅਲੱਗ ਹੋਇਆ, ਆਪਾਂ ਤਾਂ ਇਕੱਠੇ ਜੀਆਂਗੇ, ਇਕੱਠੇ ਮਰਾਂਗੇ, ਸਾਡੇ ਚੋਂ ਤੁਸੀਂ ਜੰਮੇ ਹੋ, ਤੁਹਾਡੇ ਚ ਅਸੀਂ ਜੰਮੇ ਆ। ਮਾਸਟਰ ਤਾਰਾ ਸਿੰਘ ਜੀ ਉੱਥੇ ਜਾ ਕੇ ਸਾਈਨ ਕਰਿਆ, ਨਹੀਂ ਜੀ ਸਾਨੂੰ ਨਹੀਂ ਚਾਹੀਦਾ। ਮਾਊਂਟ ਬੈਟਨ ਨੇ ਕਿਹਾ ਕਿ ਇੱਕ ਦਿਨ ਪਛਤਾਓਗੇ, ਇਹੀ ਜੁੱਤੀਆਂ ਤੁਹਾਡੇ ਸਿਰ 'ਚ ਪੈਣਗੀਆਂ। ਉਹਦੇ ਰਿਕਾਰਡਡ ਲਫ਼ਜ਼ ਨੇ। ਤੇ ਤੁਸੀਂ ਅੱਜ ਗੱਲ ਕਰਦੇ ਹੋ ਤੇ ਗੱਲ ਉਦੋਂ ਨਾ ਕੀਤੀ ਤੁਹਾਡੇ ਵੱਡ ਵਡੇਰਿਆਂ ਨੇ। ਆ ਜਿਹੜੇ ਕਹਿੰਦੇ ਕਿ ਇਹ ਸਿਰ 'ਚ ਸਵਾਹ ਪਤਾ ਕਿਉਂ ਪੈ ਰਹੀ ਹੈ? ਸਾਡੇ ਵੱਡ ਵਡੇਰਿਆਂ ਕਰਕੇ ਸਵਾਹ ਪੈ ਰਹੀ ਹੈ। ਅਦਰਵਾਈਜ਼ ਜੇ ਆਪਣੀ ਆਪਣੀ ਸਟੇਟ ਹੁੰਦੀ, ਹੁਣ ਅਮਰੀਕਾ ਹੈ, 52 ਸਟੇਟਾਂ ਨੇ 54 ਹੈ, ਤਾਂ ਅਲੱਗ-ਅਲੱਗ ਗਵਰਨਰ, ਲੇਕਿਨ ਹੈ ਤਾਂ ਦੇਸ਼ ਇਕੱਠਾ। ਤੇ ਜੇ ਤੁਸੀਂ ਇਹੀ ਕੁਛ ਕਰਨਾ ਸੀ, ਇਹ ਤਾਂ ਪਹਿਲਾਂ ਵੀ ਹੁੰਦਾ ਸੀ। ਆਹ ਮਹਾਰਾਜਾ, ਉਹ ਮਹਾਰਾਜਾ, ਆਹ ਰਾਜਾ, ਉਹ ਰਾਜਾ, ਤੇ ਤੁਸੀਂ ਇਕੱਠੇ ਕਰਕੇ ਇੱਕ ਹਿੰਦੁਸਤਾਨ ਬਣਾਇਆ। ਉਹਦੇ ਕਿੰਨੇ ਕੁ ਟੁਕੜੇ ਕਰਨੇ? ਕਸ਼ਮੀਰ ਅੱਡ ਹੋਣ ਨੂੰ ਫਿਰਦਾ, ਪਾਕਿਸਤਾਨ ਅੱਡ ਹੋ ਗਿਆ, ਤਿੱਬਤ ਤੁਹਾਡੇ ਕੋਲੋਂ ਚਲਾ ਗਿਆ। ਹੁਣ ਕੀ ਕੁਛ ਕਰਨਾ ਅੱਡ? ਕੀ ਕਰਾਂਗੇ? ਕੱਲ ਨੂੰ ਫਿਰ ਗੁਜਰਾਤ ਵੀ ਅੱਡ, ਮਹਾਰਾਸ਼ਟਰ ਵੀ ਅੱਡ, ਫਿਰ ਗੱਲ ਉੱਥੇ ਖੜ ਜੂਗੀ ਜਿਹੜੀ 2000 ਪਹਿਲਾਂ ਸਾਲ ਜਾ ਕੇ ਹਿੰਦੁਸਤਾਨ ਖੜਾ ਸੀ। ਯਾਰ ਕੁਛ ਤਾਂ ਕਰ ਕਰੋ, ਆਪਾਂ ਸਿਵਲਾਈਜ਼ ਤੇ ਪੜ੍ਹੇ ਲਿਖੇ ਬੰਦੇ ਆ, ਆਪਾਂ ਇਕੱਠੇ ਨਹੀਂ ਰਹਿ ਸਕਦੇ। ਸਭ ਈਗੋ ਪ੍ਰੋਬਲਮਸ ਨੇ, ਧਰਮਾਂ ਦੀਆਂ ਗੱਲਾਂ ਨੇ। ਆਪਾਂ ਨੂੰ ਪਤਾ ਹੈ ਵੀ ਇਹਨਾਂ ਨੇ ਧਰਮਾਂ ਪਿੱਛੇ ਲੜਨਾ, ਇਹਨਾਂ ਨੇ ਇਹਦੇ ਪਿੱਛੇ ਲੜਨਾ, ਲੜਾਈ ਤੁਰੀ ਜਾਂਦੇ, ਆਪਣੀਆਂ ਮੌਜਾਂ ਮਾਰਦੇ ਨੇ। ਲੇਕਿਨ ਟਾਈਮ ਆਉਂਦਾ ਜਦ ਕੁਦਰਤ ਕਹਿੰਦੀ ਨਹੀਂ, ਹੁਣ ਬਹੁਤ ਹੋ ਗਿਆ, ਹੁਣ ਕੁਛ ਨਾ ਕੁਛ ਕਰਨਾ ਪੈਣਾ। ਸੋ ਆਈ ਥਿੰਕ ਕੁਛ ਨਾ ਕੁਛ ਅਦਲ ਬਦਲ ਹੋਊਗੀ ਜ਼ਰੂਰ। ਨਿਊਜ਼ 18 ਨਾਲ ਗੱਲਬਾਤ ਕਰਨ ਲਈ ਧੰਨਵਾਦ। ਤਾਂ ਬਾਬਾ ਬੋਰਡ ਇੰਡਸਟਰੀ ਦੇ ਅਸੀਂ ਇਹਨਾਂ ਨਾਲ ਗੱਲਬਾਤ ਇਸ ਕਰਕੇ ਕੀਤੀ ਕਿਉਂਕਿ ਬੇਬਾਕੀ ਨਾਲ ਗੱਲਬਾਤ ਰੱਖਦੇ ਨੇ, ਔਰ ਬੇਬਾਕੀ ਨਾਲ ਗੱਲਬਾਤ ਰੱਖੀ ਵੀ। ਇੰਡਸਟਰੀ ਬਾਰੇ ਵੀ ਦੱਸਿਆ ਕਿ ਕਿਸ ਤਰੀਕੇ ਨਾਲ ਇੰਡਸਟਰੀ ਦੇ ਕਲਾਕਾਰ ਕਰ ਰਹੇ ਨੇ, ਸਿਆਸਤਦਾਨ ਆਪਣੀ ਸਿਆਸਤ ਕਰ ਰਹੇ ਨੇ, ਕਿਸਾਨ ਉੱਥੇ ਹੀ ਖੜਾ। ਔਰ ਯੋਗਰਾਜ ਹੋਰਾਂ ਨੇ ਕਿਹਾ ਕਿ ਅਗਰ ਕਿਸਾਨ ਕਹਿਣਗੇ ਤਾਂ ਉਹ ਪ੍ਰਧਾਨ ਮੰਤਰੀ ਕੋਲ ਚੱਲਣ ਲਈ ਤਿਆਰ ਨੇ, ਨਹੀਂ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਇੱਕ ਅਜਿਹੇ ਲੀਡਰ ਨੇ ਜੋ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਕਰ ਸਕਦੇ ਨੇ। ਔਰ ਇਹ ਮਸਲਾ ਧਰਨਿਆਂ ਨਾਲ ਨਹੀਂ, ਟੇਬਲ ਤੇ ਬੈਠ ਕੇ ਗੱਲਬਾਤ ਦੇ ਜ਼ਰੀਏ ਹੱਲ ਹੋ ਸਕਦਾ ਹੈ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ।